ਮੇਰਾ ਵਿਆਹ ਤੈਅ ਹੋ ਗਿਆ ਸੀ। ਬੜੀ ਮੁਸ਼ਕਿਲ ਨਾਲ ਮਾਂ ਦੇ ਨੱਕ ਥੱਲੇ ਕੋਈ ਰਿਸ਼ਤਾ ਆਇਆ ਸੀ। ਪਹਿਲਾਂ ਤਾਂ ਮੈਨੂੰ ਜੋ ਵੀ ਲੜਕੀ ਪਸੰਦ ਆਉਂਦੀ ਉਸਦੇ ਘਰ ਵਾਲੇ ਦਾ ਚੰਗਾ ਨਹੀਂ ਦੇ ਪਾਉਂਦੇ, ਜਿਸ ਦੀ ਵਜ੍ਹਾ ਨਾਲ ਇਨਕਾਰ ਹੋ ਜਾਂਦਾ। ਹੁਣ ਮਾਂ ਨੂੰ ਜੋ ਲੜਕੀ ਚੰਗੀ ਲੱਗੀ ਸੀ ਉਹ ਹੈ ਤਾਂ ਠੀਕ ਠਾਕ ਹੀ ਸੀ, ਪਰ ਦਾਜ ਸਾਨੂੰ ਗੱਡੀਆਂ ਭਰ ਭਰ ਕੇ ਦੇ ਰਹੀ ਸੀ। ਲੜਕੀ ਆਮ ਸੂਰਤ ਜਿਹੀ ਸੀ, ਪਰ ਉਹ ਲੜਕੀ ਦੇ ਮਾਂ-ਬਾਪ ਮੈਨੂੰ ਗੱਡੀ ਵੀ ਲੈ ਕੇ ਦੇ ਰਹੇ ਸੀ। ਫਿਰ ਇਨਕਾਰ ਕਿਹੜਾ ਗਧਾ ਕਰਦਾ। ਖੈਰ, ਮੈਂ ਦੁਲਹਾ ਬਣਿਆ ਬੈਠਾ ਸੀ, ਨਾਲ ਦੁਲਹਨ ਵੀ ਠੀਕ ਹੀ ਲੱਗ ਰਹੀ ਸੀ। ਮੈਂ ਦਿਲ ਵਿੱਚ ਸ਼ੁਕਰ ਕੀਤਾ ਕਿ ਸ਼ੁਕਰ ਹੈ ਦੁਲਹਨ ਦਾ ਕੁਝ ਤਾਂ ਰੂਪ ਨਿਕਲਿਆ, ਨਹੀਂ ਤਾਂ ਮੇਰੇ ਬੌਸ ਦੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਹੁੰਦੀ। ਮੈਂ ਇੱਕ ਬਹੁਤ ਵੱਡੇ ਆਫਿਸ ਵਿੱਚ ਕੰਮ ਕਰਦਾ ਸੀ, ਜਿਸ ਦਾ ਦੂਰ ਦੂਰ ਤੱਕ ਡੰਕਾ ਵੱਜਦਾ ਸੀ। ਮੈਂ ਵੀ ਚੰਗਾ ਭਲਾ ਕਮਾ ਲੈਂਦਾ ਸੀ। ਉਹ ਆਪਣੇ ਇੰਪਲੋਇਜ਼ ਨੂੰ ਤਨਖਾਹ ਹੀ ਇੰਨੀ ਵਧੀਆ ਦਿੰਦੇ ਸੀ ਕਿ ਮੈਂ ਆਪਣੇ ਬੌਸ ਅਤੇ ਉਹਨਾਂ ਦੀ ਫੈਮਿਲੀ ਨੂੰ ਵੀ ਇਨਵਾਈਟ ਕੀਤਾ ਸੀ। ਇਸ ਕਰਕੇ ਮੇਰੇ ਬੌਸ ਅਤੇ ਉਹਨਾਂ ਦੇ 2 ਬੱਚੇ ਆਏ ਸੀ। ਪਤਨੀ ਤਾਂ ਉਹਨਾਂ ਦੀ ਇਸ ਦੁਨੀਆ ਵਿੱਚ ਹੀ ਨਹੀਂ ਸੀ। ਮੈਂ ਬੌਸ ਨੂੰ ਮਿਲਣ ਦੇ ਲਈ ਸਟੇਜ ਤੋਂ ਉਤਰ ਆਇਆ ਸੀ। ਬੌਸ ਅਤੇ ਉਹਨਾਂ ਦੇ ਬੇਟੇ ਨੂੰ ਗਲੇ ਲਾ ਕੇ ਮਿਲਿਆ, ਜਦ ਕਿ ਉਹਨਾਂ ਦੀ ਬੇਟੀ ਮਾਹੀ ਨੇ ਮੇਰਾ ਹੱਥ ਫੜ ਕੇ ਮੈਨੂੰ ਮੁਬਾਰਕਬਾਦ ਦਿੱਤੀ। ਕੀ ਸ਼ਾਹ ਜਾਣ ਵਾਲੀ ਸ਼ਖਸੀਅਤ ਸੀ ਉਹਨਾਂ ਦੀ ਬੇਟੀ ਮਾਹੀ ਦੀ। ਮੈਂ ਤਾਂ ਦੇਖਦਾ ਹੀ ਰਹਿ ਗਿਆ ਸੀ, ਉਹ ਵੀ ਮੈਨੂੰ ਦੇਖੀ ਜਾ ਰਹੀ ਸੀ। ਮੈਂ ਉਹਨਾਂ ਨੂੰ ਮਿਲ ਕੇ ਵਾਪਸ ਸਟੇਜ 'ਤੇ ਆ ਚੁੱਕਿਆ ਸੀ। ਮੇਰਾ ਸਾਰਾ ਧਿਆਨ ਮਾਹੀ ਵੱਲ ਹੀ ਸੀ। ਉਹ ਵੀ ਹੱਸ-ਹੱਸ ਕੇ ਮੈਨੂੰ ਹੀ ਦੇਖਦੀ ਰਹੀ। ਇਸ ਸਾਰੀ ਮਹਿਫਿਲ ਵਿੱਚ ਮੈਨੂੰ ਮਾਹੀ ਤੋਂ ਸਿਵਾ ਕੁਝ ਨਜ਼ਰ ਵੀ ਨਹੀਂ ਆਇਆ ਸੀ। ਅਸੀਂ ਅੱਖਾਂ ਹੀ ਅੱਖਾਂ ਵਿੱਚ ਬਹੁਤ ਸਾਰੇ ਫਾਸਲੇ ਸਮੇਟ ਲਏ ਸੀ। ਸਟੇਜ ਦਾ ਪ੍ਰੋਗਰਾਮ ਖਤਮ ਹੋਇਆ ਤਾਂ ਮੈਂ ਸਟੇਜ ਤੋਂ ਹੇਠਾਂ ਉਤਰ ਆਇਆ ਅਤੇ ਮਾਹੀ ਮੇਰਾ ਹੱਥ ਫੜ ਕੇ ਮੈਨੂੰ ਇੱਕ ਕੋਨੇ ਵਿੱਚ ਲੈ ਗਈ। ਉਹਨਾਂ ਨੇ ਬਿਨਾਂ ਕੋਈ ਗੱਲ ਨੂੰ ਗੋਲਮਾਲ ਕਰਦੇ ਸਿੱਧਾ ਕਹਿ ਦਿੱਤਾ ਕਿ ਸ਼ਮੀਰ, ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ, ਅੱਜ ਅਤੇ ਹੁਣੇ। ਪਰ ਮੇਰੀ ਇੱਕ ਸ਼ਰਤ ਹੈ, ਤੈਨੂੰ ਹੁਣੇ ਆਪਣੀ ਪਤਨੀ ਨੂੰ ਤਲਾਕ ਦੇਣਾ ਹੋਵੇਗਾ, ਉਸ ਨੂੰ ਛੱਡਣਾ ਹੋਵੇਗਾ। ਫੈਸਲਾ ਸੋਚ ਸਮਝ ਕੇ ਕਰਨਾ। ਉਹ ਇੰਨਾ ਕਹਿ ਕੇ ਮੇਰਾ ਹੱਥ ਛੁਡਾ ਕੇ ਚਲੀ ਗਈ। ਮੈਂ ਤਾਂ ਸੋਚਾਂ ਵਿੱਚ ਪੈ ਗਿਆ ਸੀ ਕਿ ਮੈਂ ਹੁਣ ਕੀ ਕਰਾਂ। ਮੈਂ ਰੀਨਾ ਦੇ ਘਰ ਵਾਲੇ ਨੂੰ ਕਿਹਾ ਕਿ ਮੈਂ ਰੀਨਾ ਨਾਲ ਬਾਕੀ ਰਸਮਾਂ ਤੋਂ ਪਹਿਲਾਂ ਇਕੱਲਿਆਂ ਵਿੱਚ ਕੋਈ ਗੱਲ ਕਰਨੀ ਹੈ, ਤਾਂ ਉਹ ਇੱਕ ਕਮਰੇ ਵਿੱਚ ਮੇਰਾ ਇੰਤਜ਼ਾਰ ਕਰਨ ਲੱਗ ਪਈ। ਮੈਂ ਉਹ ਕਮਰੇ ਦੇ ਵੱਲ ਚਲਾ ਗਿਆ ਜਿੱਥੇ ਸਜੀ ਸਵਰੀ ਰੀਨਾ ਬੈਠੀ ਸੀ। ਉਹ ਮੇਰੇ ਕੋਲੋਂ ਸ਼ਰਮਾ ਕੇ ਨਜ਼ਰਾਂ ਝੁਕਾਈ ਬੈਠੀ ਸੀ, ਜਦਕਿ ਮੈਂ ਤਾਂ ਇਸ ਉਲਝਣ ਵਿੱਚ ਸੀ ਕਿ ਮੈਂ ਇਸ ਦੇ ਹੱਕ ਵਿੱਚ ਫੈਸਲਾ ਕਿਵੇਂ ਕਰਾਂ। ਮੈਂ ਇੱਕ ਪਾਸੇ ਰੀਨਾ ਦੇ ਘਰ ਵਾਲਿਆਂ ਵੱਲੋਂ ਕੁਝ ਲੱਖਾਂ ਦਾ ਦਹੇਜ ਰੱਖਿਆ ਤੇ ਦੂਜੇ ਪਾਸੇ ਮਾਹੀ ਦੀ ਕਰੋੜਾਂ ਦੀ ਜਾਇਦਾਦ। ਫੈਸਲਾ ਤਾਂ ਸਾਫ਼ ਹੀ ਸੀ, ਮਾਹੀ ਦਾ ਪਲੜਾ ਭਾਰੀ ਨਿਕਲਿਆ। ਹੁਣ ਮੈਂ ਸੋਚ ਰਿਹਾ ਸੀ ਕਿ ਰੀਨਾ ਤੋਂ ਜਾਨ ਕਿਵੇਂ ਛੁਡਾਵਾਂ ਕਿ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ। ਮੈਂ ਬਹੁਤ ਗੌਰ ਨਾਲ ਰੀਨਾ ਵੱਲ ਦੇਖ ਰਿਹਾ ਸੀ, ਜਦਕਿ ਮੇਰੀਆਂ ਨਜ਼ਰਾਂ ਨੂੰ ਆਪਣੇ ਵੱਲ ਦੇਖ ਉਹ ਸਮੀਰਤੀ ਜਾ ਰਹੀ ਸੀ। ਕਾਫੀ ਦੇਰ ਮੈਂ ਉਸ ਦੀ ਵੱਲ ਦੇਖਦਾ ਰਿਹਾ, ਉਸ ਦਾ ਜਾਇਜ਼ਾ ਕਰਦਾ ਰਿਹਾ। ਫਿਰ ਅਚਾਨਕ ਮੇਰੀ ਨਜ਼ਰ ਉਸ ਦੇ ਬਦਸੂਰਤ ਪੈਰਾਂ ਵੱਲ ਪਈ। ਚਿਹਰੇ ਅਤੇ ਪੈਰਾਂ ਦੀ ਰੰਗਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਸੀ। ਹੱਥ ਵੀ ਠੀਕ ਠਾਕ ਜਿਹੇ ਹੀ ਸੀ। ਮੈਂ ਉਸ ਨੂੰ ਗੁੱਸੇ ਨਾਲ ਕਿਹਾ, ਉੱਠੋ, ਜਾਓ, ਮੂੰਹ ਧੋ ਕੇ ਆਓ। ਇਹ ਜੋ ਆਟਾ ਮੂੰਹ 'ਤੇ ਲਿਪ ਰੱਖਿਆ ਹੈ, ਇਸ ਨੂੰ ਉਤਾਰ ਕੇ ਆਓ। ਮੇਰੀ ਆਵਾਜ਼ 'ਤੇ ਉਸਨੇ ਸਿਰ ਚੁੱਕ ਕੇ ਬੜੀ ਹੀ ਬੇਯਕੀਨੀ ਨਾਲ ਮੇਰੇ ਵੱਲ ਦੇਖਿਆ। ਅੱਖਾਂ ਵਿੱਚ ਗਿਲਾ ਸੀ, ਸ਼ਿਕਵਾ ਸੀ, ਪਰ ਮੈਂ ਨਜ਼ਰ ਅੰਦਾਜ਼ ਕਰ ਦਿੱਤਾ ਤੇ ਕਿਹਾ, ਇੱਕ ਵਾਰੀ ਸੁਣਦਾ ਨਹੀਂ ਤੈਨੂੰ, ਜਾਓ ਜਲਦੀ ਕਰੋ। ਉਹ ਵਿਚਾਰੀ ਬੜੀ ਮੁਸ਼ਕਿਲ ਨਾਲ ਉੱਠ ਕੇ ਵਾਸ਼ਰੂਮ ਗਈ। ਉਸਨੇ ਉੱਥੇ ਕਾਫੀ ਦੇਰ ਲਗਾ ਦਿੱਤੀ। ਜਦੋਂ ਉਹ ਆਈ, ਉਸ ਦੀਆਂ ਅੱਖਾਂ ਸੁਰਖ ਅੰਗਾਰਾ ਬਣੀਆਂ ਹੋਈਆਂ ਸਨ। ਉਹ ਰੋ ਕੇ ਆਈ ਸੀ। ਮੈਂ ਫਿਰ ਵੀ ਕਿਸੇ ਕਿਸਮ ਦਾ ਲਿਹਾਜ਼ ਨਾ ਕੀਤਾ। ਮੈਂ ਉਸਦੇ ਹੱਥ ਨੂੰ ਫੜ ਕੇ ਖਿੱਚਦਾ ਹੋਇਆ ਬਾਹਰ ਲੈ ਆਇਆ। ਬਾਹਰ ਹੁਣ ਵੀ ਮਹਿਮਾਨ ਮੌਜੂਦ ਸੀ। ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਦੇਖੋ ਦੇਖੋ ਲੋਕੋ, ਮੇਰੇ ਨਾਲ ਕਿੰਨਾ ਵੱਡਾ ਧੋਖਾ ਹੋਇਆ ਹੈ। ਇੰਨੀ ਪਿਆਰੀ ਦੁਲਹਨ ਦਿਖਾ ਕੇ ਮੈਨੂੰ ਇਹ ਸੜਿਆ ਹੋਇਆ ਬੈਂਗਣ ਦੇ ਦਿੱਤਾ। ਇਹਨਾਂ ਲੋਕਾਂ ਨੇ ਮੈਂ ਇਸ ਨੂੰ ਕਦੀ ਵੀ ਅਪਣਾਵਾਂਗਾ ਨਹੀਂ।
ਮੇਰੀ ਗੱਲ ਸੁਣ ਕੇ ਮੇਰੀ ਮਾਂ ਘਬਰਾਈ ਹੋਈ ਮੇਰੇ ਕੋਲ ਆਈ ਤੇ ਬੋਲੀ, ਇਹ ਕੀ ਡਰਾਮਾ ਲਗਾ ਰੱਖਿਆ ਹੈ। ਮੈਂ ਮਾਂ ਦੇ ਕੰਨਾਂ ਵਿੱਚ ਕਹਿ ਦਿੱਤਾ ਕਿ ਬੌਸ ਦੀ ਕਰੋੜਾਂ ਦੀ ਜਾਇਦਾਦ ਅਤੇ ਉਸਦੀ ਬੇਟੀ। ਮਾਂ ਹੱਸ ਪਈ ਅਤੇ ਬੋਲੀ, ਅੱਛਾ ਫਿਰ ਕਰਦੇ ਰਹੋ ਡਰਾਮਾ। ਮੈਂ ਬਿਨਾਂ ਵਕਤ ਗਵਾਏ ਰੀਨਾ ਨੂੰ ਛੱਡ ਦਿੱਤਾ, ਉਸ ਨੂੰ ਤਲਾਕ ਦੇ ਦਿੱਤਾ। ਤਲਾਕ ਦਾ ਸੁਣ ਕੇ ਉਹ ਬੇਹੋਸ਼ ਹੋ ਗਈ। ਆਲੇ ਦੁਆਲੇ ਖੜੇ ਲੋਕਾਂ ਨੇ ਉਸਦੀ ਮੂੰਹ ਤੇ ਪਾਣੀ ਛਿੜਕਿਆ। ਉਦੋਂ ਹੀ ਮਾਹੀ ਅੱਗੇ ਵਧੀ ਅਤੇ ਬੋਲੀ, ਮੈਂ ਤੇਰੇ ਨਾਲ ਵਿਆਹ ਕਰਾਂਗੀ ਸ਼ਮੀਰ। ਸਾਰੇ ਲੋਕਾਂ ਨੂੰ ਸੱਪ ਸੁੰਘ ਗਿਆ ਕਿ ਕੀ ਆਖਿਰ ਇਹ ਸਭ ਹੋ ਕੀ ਰਿਹਾ ਹੈ। ਬੌਸ ਅੱਗੇ ਵਧੇ ਤੇ ਬੋਲੇ, ਮਾਹੀ ਘਰ ਚੱਲੋ, ਇੱਦਾਂ ਹਰਗਿਜ਼ ਨਹੀਂ ਹੋ ਸਕਦਾ। ਪਰ ਉਸਨੇ ਬਹੁਤ ਹੀ ਬਦਤਮੀਜ਼ੀ ਨਾਲ ਆਪਣੇ ਬਾਪ ਦਾ ਹੱਥ ਛੱਡ ਦਿੱਤਾ ਤੇ ਬੋਲੀ, ਮੇਰੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰੋ। ਮੈਂ ਉਸ ਸ਼ਾਮ ਬੌਸ ਦੀਆਂ ਅੱਖਾਂ ਵਿੱਚ ਉਤਰੀ ਬੇਬਸੀ ਨੂੰ ਬਹੁਤ ਹੀ ਗੌਰ ਨਾਲ ਦੇਖਿਆ। ਉਹਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸੀ, ਪਰ ਉਹ ਚਾਹ ਕੇ ਵੀ ਕੁਝ ਨਹੀਂ ਕਰ ਪਾਏ ਸੀ। ਮਾਹੀ ਦਾ ਭਰਾ ਸਨੀ ਬਾਪ ਨੂੰ ਦਿਲਾਸਾ ਦੇ ਰਿਹਾ ਸੀ। ਮੇਰੇ ਬੌਸ ਨੇ ਪਤਾ ਨਹੀਂ ਬੇਟੇ ਦੇ ਕੰਨ ਵਿੱਚ ਕੀ ਫੂਕ ਮਾਰੀ ਕਿ ਉਹ ਅੱਗੇ ਵਧਿਆ ਤੇ ਬੋਲਿਆ, ਜੇਕਰ ਰੀਨਾ ਅਤੇ ਉਸਦੇ ਮਾਂ-ਬਾਪ ਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਰੀਨਾ ਨੂੰ ਉਹ ਇੱਜ਼ਤ ਦੇਣਾ ਚਾਹੁੰਦਾ ਹਾਂ ਜੋ ਸ਼ਮੀਰ ਨਹੀਂ ਦੇ ਪਾਇਆ। ਮੇਰਾ ਦਿਲ ਕਰਦਾ ਪਿਆ ਸੀ ਕਿ ਮੈਂ ਸਨੀ ਦੇ ਇੱਕ ਜ਼ੋਰਦਾਰ ਮੁੱਕਾ ਮਾਰਾਂ। ਇਸ ਦੀ ਹਿੰਮਤ ਕਿੱਦਾਂ ਹੋਈ ਮੇਰੀ ਛੱਡੀ ਹੋਈ ਲੜਕੀ ਨੂੰ ਉਸ ਘਰ ਵਿੱਚ ਵਿਆਹ ਕੇ ਲੈ ਜਾਣ ਦੀ ਜਿੱਥੇ ਮੈਂ ਜਾਣ ਵਾਲਾ ਸੀ। ਰੀਨਾ ਦੇ ਮਾਂ-ਬਾਪ ਨੇ ਇਹ ਸੁਨਹਿਰੀ ਮੌਕਾ ਨਾ ਛੱਡਿਆ ਤਾਂ ਉਹਨਾਂ ਨੇ ਝੱਟ ਹੀ ਹਾਂ ਕਰ ਦਿੱਤੀ। ਇੱਦਾਂ ਹੀ ਸਾਡੇ ਦੋਨਾਂ ਦੇ ਵਿਆਹ ਹੋ ਗਏ। ਮਾਹੀ ਮੇਰੀ ਹੋ ਗਈ ਤੇ ਕਾਲੀ ਕਲੂਟੀ ਰੀਨਾ ਸਨੀ ਦੀ ਹੋ ਗਈ। ਸਾਰਾ ਕੁਝ ਇੰਨਾ ਜਲਦੀ ਨਾਲ ਹੋਇਆ ਕਿ ਹਰ ਕੋਈ ਹੈਰਾਨ ਸੀ। ਕਿਸੇ ਨੂੰ ਕੁਝ ਸੋਚਣ ਸਮਝਣ ਦਾ ਸਮਾਂ ਹੀ ਨਾ ਮਿਲਿਆ। ਇੱਦਾਂ ਮੈਂ ਆਪਣੇ ਬੌਸ ਦਾ ਜਵਾਈ ਬਣ ਗਿਆ, ਘਰ ਜਵਾਈ। ਕੁਝ ਰਸਮਾਂ ਹੋਈਆਂ। ਇੱਦਾਂ ਮੈਂ ਆਪਣੇ ਕਮਰੇ ਵਿੱਚ ਆ ਗਿਆ ਤੇ ਰੀਨਾ ਸਨੀ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਨਹੀਂ ਪਤਾ ਸੀ ਕਿ ਸਨੀ ਨੇ ਉਸ ਰਾਤ ਰੀਨਾ ਨੂੰ ਕਬੂਲ ਵੀ ਕੀਤਾ ਸੀ ਜਾਂ ਨਹੀਂ। ਬਸ ਮੈਨੂੰ ਇੰਨਾ ਹੀ ਪਤਾ ਸੀ ਕਿ ਇੱਕ ਹੀ ਮੁਲਾਕਾਤ ਵਿੱਚ ਮਾਹੀ ਮੇਰੀ ਦੀਵਾਨੀ ਹੋ ਗਈ ਸੀ। ਉਹ ਮੇਰੇ ਤੋਂ ਵਾਰੀ ਸਦਕੇ ਜਾ ਰਹੀ ਸੀ, ਮੇਰੇ ਨਾਜ਼ ਨਖਰੇ ਚੁੱਕ ਰਹੀ ਸੀ। ਅਗਲੀ ਸਵੇਰ ਮੈਂ ਤੇ ਮਾਹੀ ਬੜੇ ਖੁਸ਼ ਹਾਲ ਵਿੱਚ ਡਾਈਨਿੰਗ ਟੇਬਲ ਤੇ ਪਹੁੰਚੇ ਸੀ। ਅਸੀਂ ਦੋਨੋਂ ਖੁਸ਼ੀ ਨਾਲ ਚਹਿਚਹਾ ਰਹੇ ਸੀ, ਜਦ ਕਿ ਸਨੀ ਅਤੇ ਰੀਨਾ ਬੁਝੇ ਜਿਹੇ ਖਾਮੋਸ਼ ਜਿਹੀ ਸੀ। ਮੈਨੂੰ ਬਹੁਤ ਹਾਸਾ ਆ ਰਿਹਾ ਸੀ ਕਿ ਆਈ ਵੱਡੀ ਮੇਰਾ ਮੁਕਾਬਲਾ ਕਰਨ ਵਾਲੀ। ਪਹਿਲਾ ਨਸੀਬ ਤਾਂ ਮੇਰੇ ਵਰਗੇ ਲੈ ਆਉਂਦੀ ਉਹ। ਮੈਨੂੰ ਰੌਨੀ ਅੰਕਲ ਯਾਨੀ ਕਿ ਮਾਹੀ ਦੇ ਪਾਪਾ ਤੇ ਮੇਰੇ ਬੌਸ ਤੋਂ ਉਮੀਦ ਸੀ ਕਿ ਉਹ ਮੈਨੂੰ ਨਹੀਂ ਬੁਲਾਉਣਗੇ, ਪਰ ਉਹ ਮੇਰੇ ਨਾਲ ਬੜੇ ਨਾਰਮਲ ਅੰਦਾਜ਼ ਨਾਲ ਗੱਲ ਕਰ ਰਹੇ ਸੀ, ਜਿੱਦਾਂ ਕੱਲ ਕੁਝ ਹੋਇਆ ਹੀ ਨਹੀਂ ਸੀ। ਉਹਨਾਂ ਦੀ ਹਾਲਾਤ ਦੇਖ ਕੇ ਮੈਂ ਸਮਝ ਗਿਆ ਕਿ ਉਹ ਆਪਣੀ ਬੇਟੀ ਦੇ ਹੱਥ ਦੀ ਕਠਪੁਤਲੀ ਨੇ। ਪਰ ਮਜ਼ੇ ਦੀ ਗੱਲ ਇਹ ਸੀ ਕਿ ਉਹਨਾਂ ਦੀ ਬੇਟੀ ਮੇਰੀ ਦੀਵਾਨੀ ਸੀ। ਉਹ ਦਿਨ ਹੁਣ ਦੂਰ ਨਹੀਂ ਸੀ ਜਦੋਂ ਮੇਰਾ ਵੀ ਸ਼ੇਅਰ ਇਸ ਬਹੁਤ ਵੱਡੇ ਬਿਜ਼ਨਸ ਵਿੱਚ ਹੋਣ ਵਾਲੇ ਸੀ। ਵਿਆਹ ਦੇ 2 ਹਫ਼ਤੇ ਬਾਅਦ ਮੈਂ ਆਫਿਸ ਜੁਆਇਨ ਕਰ ਲਿਆ ਸੀ, ਜਦਕਿ ਸਨੀ ਦਾ ਵਿਆਹ ਦੇ ਦੂਜੇ ਦਿਨ ਤੋਂ ਹੀ ਜਾ ਰਿਹਾ ਸੀ। ਰੀਨਾ ਹਰ ਪਲ ਉਦਾਸ ਰਹਿੰਦੀ, ਪਤਾ ਨਹੀਂ ਕਿਉਂ, ਪਰ ਉਸਦੀ ਉਦਾਸੀ ਮੈਨੂੰ ਬਹੁਤ ਸਕੂਨ ਦਿੰਦੀ ਸੀ। ਮੈਂ ਮਹਿਸੂਸ ਕੀਤਾ ਕਿ ਮਾਹੀ ਮੈਨੂੰ ਰੀਨਾ ਦੇ ਸਾਹਮਣੇ ਜ਼ਿਆਦਾ ਇੱਜ਼ਤ ਦਿੰਦੀ ਸੀ। ਮੇਰੇ ਵਾਸਤੇ ਇਹ ਵੀ ਫਕਰ ਦੀ ਗੱਲ ਸੀ। ਮੈਂ ਨਵੇਂ ਕੱਪੜੇ ਖਰੀਦ ਰਿਹਾ ਸੀ ਤੇ ਘੁੰਮਣ ਫਿਰਨ ਦੇ ਲਈ ਕਦੀ ਕਿਤੇ ਜਾ ਰਿਹਾ ਸੀ, ਕਦੇ ਕਿਤੇ। ਮੇਰੀ ਸ਼ਕਲ ਸੂਰਤ ਤਾਂ ਪਹਿਲਾਂ ਹੀ ਬਹੁਤ ਵਧੀਆ ਸੀ, ਪਰ ਹੁਣ ਤਾਂ ਦੌਲਤ ਦੀ ਰੇਲ ਪੇਲ ਨੇ ਮੈਨੂੰ ਹੋਰ ਵੀ ਜ਼ਿਆਦਾ ਨਿਖਾਰ ਦਿੱਤਾ ਸੀ। ਲੋਕ ਹੁਣ ਮੈਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਸੀ। ਆਖਿਰ ਮੈਂ ਰੌਨੀ ਅੰਕਲ ਦਾ ਜਵਾਈ ਜੋ ਸੀ। ਉਸ ਦਿਨ ਤੋਂ ਪਹਿਲਾਂ ਦਿਨ ਬਹੁਤ ਖੂਬਸੂਰਤੀ ਨਾਲ ਗੁਜ਼ਰ ਰਹੇ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਮਨਹੂਸ ਦਿਨ ਮੇਰੀ ਜ਼ਿੰਦਗੀ ਹੀ ਬਦਲ ਦੇਵੇਗਾ। ਹੋਇਆ ਕੁਝ ਐਦਾਂ ਕਿ ਇੱਕ ਦਿਨ ਮੈਂ ਰੀਨਾ ਨੂੰ ਬਹੁਤ ਉਦਾਸ ਦੇਖਿਆ, ਜਿੱਦਾਂ ਉਹ ਅਕਸਰ ਹੁੰਦੀ ਸੀ। ਪਰ ਜਿੱਦਾਂ ਹੀ ਸਨੀ ਘਰ ਵਾਪਿਸ ਆਇਆ, ਉਹ ਖਿਲਖਿਲਾ ਉੱਠੀ। ਸਨੀ ਵੀ ਉਸ ਨੂੰ ਬਹੁਤ ਗਰਮਜੋਸ਼ੀ ਨਾਲ ਮਿਲਿਆ ਸੀ। ਫਿਰ ਉਹ ਦੋਨੋਂ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਸੋਚਦਾ ਹੀ ਰਹਿ ਗਿਆ ਸੀ ਕਿ ਇਹਨਾਂ ਦੀ ਆਪਸ ਵਿੱਚ ਬਣ ਕਿੱਦਾਂ ਗਈ। ਰੀਨਾ ਕਿੱਦਾਂ ਖੁਸ਼ ਨਜ਼ਰ ਆ ਸਕਦੀ ਹੈ। ਖੁਸ਼ ਰਹਿਣ ਦਾ ਤਾਂ ਸਿਰਫ ਮੈਨੂੰ ਹੀ ਹੱਕ ਹੈ। ਉਸ ਦਿਨ ਮੈਨੂੰ ਨਾ ਜਾਣੇ ਕਿਉਂ ਰੀਨਾ ਕੋਲੋਂ ਜਲਨ ਜਿਹੀ ਮਹਿਸੂਸ ਹੋਈ ਸੀ।
ਰਾਤ ਪਈ ਤੇ ਜਦੋਂ ਉਹ ਕਮਰੇ ਵਿੱਚੋਂ ਨਿਕਲੀ ਤਾਂ ਸਿੱਧਾ ਰਸੋਈ ਵਿੱਚ ਚਲੀ ਗਈ। ਮੈਂ ਵੀ ਸਾਰਿਆਂ ਤੋਂ ਨਜ਼ਰ ਬਚਾ ਕੇ ਰਸੋਈ ਵਿੱਚ ਚਲਾ ਗਿਆ। ਉਹ ਚਾਹ ਬਣਾ ਰਹੀ ਸੀ। ਮੈਂ ਉਸਨੂੰ ਸਵਾਲ ਕੀਤਾ, ਰੀਨਾ, ਕੀ ਮਿਲਿਆ ਤੈਨੂੰ ਸਨੀ ਦੇ ਨਾਲ ਵਿਆਹ ਕਰਕੇ? ਤੂੰ ਤਾਂ ਆਪਣੇ ਵਰਗੇ ਕਿਸੇ ਮਿਡਲ ਕਲਾਸ ਨਾਲ ਹੀ ਜੱਚਦੀ। ਫਿਰ ਦੇਖੋ ਨਾ, ਉਹ ਤੈਨੂੰ ਵਕਤ ਹੀ ਨਹੀਂ ਦਿੰਦਾ ਤੇ ਨਾ ਹੀ ਤੇਰਾ ਖਿਆਲ ਰੱਖਦਾ ਹੈ। ਤੈਨੂੰ ਪਤਾ ਆਫਿਸ ਵਿੱਚ ਉਸ ਦਾ ਕਿੰਨੀਆਂ ਲੜਕੀਆਂ ਦੇ ਨਾਲ ਚੱਕਰ ਚੱਲ ਰਿਹਾ ਹੈ। ਉਹ ਮੇਰੀਆਂ ਗੱਲਾਂ ਨੂੰ ਅਣਸੁਣਾ ਕਰਕੇ ਚਾਹ ਬਣਾਉਂਦੀ ਰਹੀ, ਯਾਨੀ ਮੈਂ ਤਾਂ ਕੁਝ ਹੈ ਹੀ ਨਹੀਂ ਸੀ। ਉਸਨੇ ਤਾਂ ਮੈਨੂੰ ਜਵਾਬ ਤੱਕ ਦੇਣਾ ਵੀ ਜ਼ਰੂਰੀ ਨਾ ਸਮਝਿਆ। ਇੰਨੇ ਵਿੱਚ ਮਾਹੀ ਪਾਣੀ ਲੈਣ ਰਸੋਈ ਵਿੱਚ ਆ ਗਈ। ਉਸਨੇ ਇੱਦਾਂ ਸਾਨੂੰ ਇਕੱਲਿਆਂ ਨੂੰ ਦੇਖ ਕੇ ਪਤਾ ਨਹੀਂ ਕੀ ਸੋਚਿਆ। ਉਹ ਮੈਨੂੰ ਰੂਮ ਵਿੱਚ ਲੈ ਕੇ ਗਈ। ਮੇਰੇ ਉੱਪਰ ਖੂਬ ਚੀਕੀ ਚਲਾਈ ਸੀ। ਜੋ ਖੱਡਾ ਮੈਂ ਸਨੀ ਦੇ ਲਈ ਪੁੱਟ ਰਿਹਾ ਸੀ, ਉਸ ਦੇ ਵਿੱਚ ਮੈਂ ਖੁਦ ਡਿੱਗ ਪਿਆ ਸੀ। ਮਾਹੀ ਮੇਰੇ ਉੱਪਰ ਸ਼ੱਕ ਕਰਨ ਲੱਗ ਪਈ ਸੀ। ਉਹ ਇਹ ਸਮਝਦੀ ਸੀ ਕਿ ਮੈਂ ਰੀਨਾ ਦੇ ਪਿੱਛੇ ਹਾਂ। ਮਾਹੀ ਮੇਰੇ ਨਾਲ ਬਹੁਤ ਬੁਰਾ ਸਲੂਕ ਕਰ ਰਹੀ ਸੀ। ਮੈਂ ਉਸ ਦੀਆਂ ਮਿੰਨਤਾਂ ਕਰਦਾ ਰਿਹਾ। 2 ਹਫ਼ਤੇ ਤੋਂ ਬਾਅਦ ਕਿਤੇ ਜਾ ਕੇ ਉਸ ਦਾ ਮੂਡ ਠੀਕ ਹੋਇਆ ਸੀ। ਫਿਰ ਅਸੀਂ ਦੋਨੋਂ ਦੁਬਈ ਚਲੇ ਗਏ। ਉੱਥੋਂ ਅਸੀਂ 2 ਹਫ਼ਤਿਆਂ ਬਾਅਦ ਵਾਪਸ ਆਏ ਤਾਂ ਘਰ ਦਾ ਨਕਸ਼ਾ ਹੀ ਬਦਲ ਚੁੱਕਿਆ ਸੀ। ਸਨੀ ਅਤੇ ਰੌਨੀ ਅੰਕਲ ਰੀਨਾ ਦੇ ਵਾਰੇ ਸਦਕੇ ਜਾ ਰਹੇ ਸੀ। ਹਰ ਇੱਕ ਚੀਜ਼ ਉਸਦੇ ਹੁਕਮ ਨਾਲ ਹੀ ਹੋ ਰਹੀ ਸੀ। ਮੈਂ ਇਹ ਸਭ ਬੜੀ ਮੁਸ਼ਕਿਲ ਨਾਲ ਬਰਦਾਸ਼ਤ ਕਰ ਰਿਹਾ ਸੀ, ਪਰ ਕੀ ਕਰਦਾ, ਮੈਂ ਕੁਝ ਵੀ ਨਹੀਂ ਕਰ ਪਾ ਰਿਹਾ ਸੀ, ਕਿਉਂਕਿ ਮਾਹੀ ਨੇ ਮੈਨੂੰ ਸਿਰ ਤੋਂ ਲਾ ਕੇ ਜੁੱਤੀ ਦੀ ਨੋਕ ਤੇ ਰੱਖਣਾ ਸ਼ੁਰੂ ਕਰ ਦਿੱਤਾ ਸੀ। ਉਹ ਗੱਲ-ਗੱਲ ਤੇ ਮੈਨੂੰ ਬੇਇੱਜ਼ਤ ਕਰਦੀ। ਮੈਂ ਬਸ ਜ਼ਹਿਰ ਦਾ ਘੁੱਟ ਭਰ ਕੇ ਰਹਿ ਜਾਂਦਾ। ਗੁੱਸਾ ਤਾਂ ਮੈਨੂੰ ਵੀ ਆਉਂਦਾ, ਪਰ ਮੈਂ ਕਾਬੂ ਕਰ ਲੈਂਦਾ। ਹੁਣੇ ਤੋਂ ਜੇਕਰ ਮੈਂ ਮਾਹੀ ਨੂੰ ਗੁੱਸਾ ਦਿਖਾਉਂਦਾ ਤਾਂ ਮੇਰਾ ਅਮੀਰ ਬਣਨ ਦਾ ਸੁਪਨਾ ਹੀ ਰਹਿ ਜਾਂਦਾ। ਹਜੇ ਤੱਕ ਮਾਹੀ ਨੇ ਮੇਰੇ ਨਾਮ ਫੁੱਟੀ ਕੌੜੀ ਵੀ ਨਹੀਂ ਕੀਤੀ ਸੀ। ਜਦੋਂ ਵੀ ਮੈਂ ਉਸ ਨੂੰ ਕਿਸੇ ਚੀਜ਼ ਦਾ ਕਹਿੰਦਾ ਤਾਂ ਉਹ ਮੈਨੂੰ 2 ਗੱਲਾਂ ਸੁਣਾ ਕੇ ਬਿਠਾ ਦਿੰਦੀ। ਮੈਂ ਰੀਨਾ ਦੀ ਇੱਕ ਗੱਲ ਨੋਟ ਕੀਤੀ ਸੀ ਕਿ ਉਹ ਸਨੀ ਨੂੰ ਬਹੁਤ ਇੱਜ਼ਤ ਅਤੇ ਮਾਣ ਦਿੰਦੀ ਸੀ। ਉਸ ਦੀ ਕੋਈ ਵੀ ਗੱਲ ਟਾਲਦੀ ਨਹੀਂ ਸੀ। ਕਦੀ-ਕਦੀ ਮੇਰੇ ਦਿਲ ਵਿੱਚ ਅਜੀਬ ਜਿਹੀ ਚੁਭਨ ਹੋਣ ਲੱਗਦੀ ਸੀ। ਮਾਹੀ ਨੇ ਹੁਣ ਇਹ ਤਰੀਕਾ ਅਪਣਾ ਲਿਆ ਸੀ ਕਿ ਉਹ ਜਿੱਦਾਂ ਹੀ ਰੀਨਾ ਨੂੰ ਦੇਖਦੀ, ਮੈਨੂੰ ਵੱਢ ਖਾਣ ਨੂੰ ਪੈਂਦੀ, ਗੱਲ-ਗੱਲ ਤੇ ਖਿਝਦੀ। ਮੈਨੂੰ ਬਹੁਤ ਬੁਰਾ ਲੱਗਦਾ ਸੀ। ਇੱਕ ਰਾਤ ਦਾ ਮਾਹੀ ਨੇ ਮੈਨੂੰ ਕਮਰੇ ਵਿੱਚੋਂ ਹੀ ਕੱਢ ਦਿੱਤਾ ਸੀ। ਫਿਰ ਇਹ ਸਿਲਸਿਲਾ ਚੱਲਦਾ ਰਿਹਾ। ਜਿੱਦਾਂ ਹੀ ਮਾਹੀ ਦਾ ਮੂਡ ਖਰਾਬ ਹੁੰਦਾ, ਉਹ ਮੈਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੰਦੀ। ਮੈਂ ਉਸਦੇ ਬਦਲਵੇਂ ਰਵੱਈਏ ਦੀ ਵਜ੍ਹਾ ਪੁੱਛੀ ਤਾਂ ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਤੇਰੇ ਨਾਲੋਂ ਮੇਰਾ ਦਿਲ ਭਰ ਗਿਆ ਹੈ। ਮੈਨੂੰ ਉਸਦੀ ਗੱਲ ਬੜੀ ਅਜੀਬ ਲੱਗੀ ਕਿ ਇਨਸਾਨਾਂ ਕੋਲੋਂ ਵੀ ਭਲਾ ਦਿਲ ਭਰਦੇ ਹਨ। ਮੈਂ ਤਾਂ ਹੈ ਵੀ ਉਸਦਾ ਪਤੀ ਸੀ। ਇੱਕ ਦਿਨ ਮੇਰੀ ਅਤੇ ਮਾਹੀ ਦੀ ਬਹੁਤ ਲੜਾਈ ਹੋਈ। ਉਹ ਗੁੱਸੇ ਵਿੱਚ ਘਰੋਂ ਬਾਹਰ ਚਲੀ ਗਈ। ਮੈਂ ਵੀ ਗੁੱਸੇ ਵਿੱਚ ਕਮਰੇ ਦੀ ਹਰ ਚੀਜ਼ ਤੋੜ ਦਿੱਤੀ। ਫਿਰ ਮੂਡ ਨੂੰ ਠੀਕ ਕਰਨ ਦੇ ਲਈ ਮੈਂ ਵੀ ਘਰੋਂ ਬਾਹਰ ਚਲਾ ਗਿਆ। ਇੱਕ ਵਧੀਆ ਜਿਹੇ ਪੀਜ਼ਾ ਹੱਟ ਵਿੱਚ ਚਲਾ ਗਿਆ। ਮੈਂ ਬੈਠਾ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਜਦੋਂ ਅਚਾਨਕ ਮੇਰੀ ਨਜ਼ਰ ਕਿਸੇ ਤੇ ਪਈ। ਮੇਰੇ ਉੱਪਰ ਦਾ ਸਾਹ ਉੱਪਰ ਤੇ ਹੇਠਾਂ ਦਾ ਹੇਠਾਂ ਹੀ ਰਹਿ ਗਿਆ। ਉਹ ਕੋਈ ਹੋਰ ਨਹੀਂ ਸੀ, ਮਾਹੀ ਸੀ। ਪਰ ਉਸਦੇ ਨਾਲ ਕੌਣ ਸੀ, ਮੈਂ ਉਸਨੂੰ ਪਹਿਚਾਣ ਨਹੀਂ ਪਾਇਆ ਸੀ। ਮਾਹੀ ਕਿਸੇ ਲੜਕੇ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਉਹ ਵਾਰ-ਵਾਰ ਉਸਦੇ ਮੋਢੇ ਤੇ ਆਪਣਾ ਸਿਰ ਰੱਖਦੀ ਸੀ। ਮੇਰੇ ਕੋਲੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਉੱਠ ਕੇ ਮਾਹੀ ਦੇ ਵੱਲ ਵਧਿਆ। ਮੈਂ ਬਹੁਤ ਗੁੱਸੇ ਵਿੱਚ ਸੀ ਅਤੇ ਆਪਣੇ ਪੂਰੇ ਜ਼ੋਰ ਨਾਲ ਚੀਕਿਆ ਕਿ ਇਹ ਕੀ ਬੇਸ਼ਰਮੀ ਹੈ। ਉਸਨੇ ਚੌਂਕ ਕੇ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਮੇਰੇ ਵਾਸਤੇ ਨਫ਼ਰਤ ਹੀ ਨਫ਼ਰਤ ਸੀ। ਉਹ ਬੋਲੀ, ਜਰਾ ਆਰਾਮ ਨਾਲ। ਇੰਨਾ ਕਹਿ ਕੇ ਉਹ ਫਿਰ ਤੋਂ ਉਸ ਲੜਕੇ ਵੱਲ ਧਿਆਨ ਦੇਣ ਲੱਗ ਪਈ। ਮੈਂ ਫਿਰ ਤੋਂ ਉਸਨੂੰ ਕਿਹਾ, ਆਖਿਰ ਕਿਉਂ? ਉਹ ਮੇਰੇ ਕੋਲੋਂ ਇਸ ਚੀਜ਼ ਦੀ ਉਮੀਦ ਨਹੀਂ ਕਰ ਰਹੀ ਸੀ। ਉਸਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਅਤੇ ਨਾਲ ਹੀ ਸਿਕਿਉਰਿਟੀ ਵਾਲੇ ਨੂੰ ਬੁਲਾ ਕੇ ਮੈਨੂੰ ਉੱਥੋਂ ਕਢਵਾ ਦਿੱਤਾ ਸੀ। ਇੰਨਾ ਹੀ ਕਾਫੀ ਨਹੀਂ, ਉਹ ਘਰ ਆ ਕੇ ਵੀ ਮੇਰੇ ਉੱਪਰ ਬਹੁਤ ਚੀਕੀ ਚਲਾਈ। ਅੰਕਲ ਅਤੇ ਸਨੀ ਹੈਰਾਨੀ ਨਾਲ ਦੇਖ ਰਹੇ ਸੀ, ਪਰ ਮੈਂ ਉਹਨਾਂ ਨੂੰ ਕੁਝ ਵੀ ਨਾ ਦੱਸਿਆ। ਇਸ ਕਰਕੇ ਨਹੀਂ ਕਿ ਇੱਦਾਂ ਦੀ ਗੱਲ ਸੁਣ ਕੇ ਮਾਹੀ ਉਹਨਾਂ ਦੇ ਦਿਲ ਵਿੱਚੋਂ ਉਤਰ ਜਾਵੇਗੀ, ਬਲਕਿ ਇਸ ਕਰਕੇ ਕਿ ਉਹਨਾਂ ਦੀ ਨਜ਼ਰ ਵਿੱਚ ਮੇਰੀ ਇੱਜ਼ਤ ਬਣੀ ਰਹੇ। ਮੈਂ ਬਹੁਤ ਪਰੇਸ਼ਾਨ ਸੀ
ਖੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰੇ ਹੱਥੋਂ ਨਿਕਲ ਗਿਆ ਸੀ। ਮੈਂ ਮਾਹੀ ਕੋਲੋਂ ਹਜੇ ਕੁਝ ਵਟੋਰ ਨਹੀਂ ਪਾਇਆ ਸੀ ਕਿ ਇੱਕ ਨਵਾਂ ਖਿਡਾਰੀ ਮੈਦਾਨ ਵਿੱਚ ਆ ਗਿਆ, ਪਰ ਮੈਂ ਹਿੰਮਤ ਨਹੀਂ ਹਾਰੀ ਸੀ। ਰੋ ਧੋ ਕੇ ਮੈਂ ਮਿੰਨਤਾਂ ਤਰਲੇ ਕਰਕੇ ਮੈਂ ਮਾਹੀ ਨੂੰ ਆਪਣੀ ਮੁਹੱਬਤ ਦਾ ਯਕੀਨ ਦਿਵਾਇਆ ਸੀ। ਉਸਨੇ ਮੈਨੂੰ ਮਾਫ਼ ਵੀ ਕਰ ਦਿੱਤਾ ਸੀ। ਫਿਰ ਹਾਲਾਤ ਬਿਹਤਰ ਹੋਣ ਲੱਗ ਪਏ। ਮੇਰੇ ਸਿਰ ਤੋਂ ਭਾਰੀ ਬੋਝ ਹਟਿਆ ਸੀ। ਮੇਰੇ ਹਾਲਾਤ ਬਿਹਤਰ ਹੋਏ ਤਾਂ ਮੈਂ ਇੱਧਰ ਉੱਧਰ ਦੇ ਹਾਲਾਤਾਂ ਦਾ ਵੀ ਜਾਇਜ਼ਾ ਲਿਆ ਸੀ। ਰੀਨਾ ਨੇ ਪੂਰੇ ਆਬ-ਤਾਬ ਨਾਲ ਘਰ ਦੀ ਮਲਕੀਅਤ ਸੰਭਾਲੀ ਹੋਈ ਸੀ। ਉਹ ਮਲਿਕਾ ਬਣੀ ਬੈਠੀ ਸੀ ਅਤੇ ਇੱਧਰ ਮੇਰੀ ਹਾਲਤ ਨੌਕਰਾਂ ਤੋਂ ਵੀ ਬੱਤਰ ਸੀ। ਮੈਂ ਦਿਲ ਵਿੱਚ ਸੋਚ ਲਿਆ ਸੀ ਕਿ ਜਿੱਦਾਂ ਹੀ ਮਾਹੀ ਮੇਰੇ ਉੱਪਰ ਪੂਰੇ ਕੰਟਰੋਲ ਵਿੱਚ ਆ ਜਾਵੇਗੀ, ਸਭ ਤੋਂ ਪਹਿਲਾਂ ਮੈਂ ਰੀਨਾ ਦਾ ਪੱਤਾ ਸਾਫ਼ ਕਰਾਂਗਾ। ਉਹਨਾਂ ਦਿਨਾਂ ਵਿੱਚ ਹੀ ਮਾਹੀ ਨੇ ਮੈਨੂੰ ਵਰਲਡ ਟੂਰ 'ਤੇ ਜਾਣ ਦੀ ਗੱਲ ਸੁਣਾਈ ਸੀ। ਮੈਂ ਤਾਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ। ਵਰਲਡ ਟੂਰ ਦਾ ਸੁਪਨਾ ਤਾਂ ਮੈਂ ਬਚਪਨ ਤੋਂ ਹੀ ਦੇਖਦਾ ਆ ਰਿਹਾ ਸੀ। ਮੈਂ ਅਤੇ ਮਾਹੀ ਨੇ ਮਿਲ ਕੇ ਸ਼ਾਪਿੰਗ ਕੀਤੀ ਤੇ ਇੱਦਾਂ ਅਸੀਂ ਇੱਕ ਦਿਨ ਘਰੋਂ ਨਿਕਲ ਗਏ ਸੀ। ਸਭ ਤੋਂ ਪਹਿਲਾਂ ਅਸੀਂ ਦੁਬਈ ਪਹੁੰਚੇ ਸੀ। ਮੈਂ ਬਹੁਤ ਖੁਸ਼ ਸੀ, ਸਭ ਕੁਝ ਵਧੀਆ ਚੱਲ ਰਿਹਾ ਸੀ। ਪਰ ਮਾਹੀ ਨੇ ਕਾਇਆ ਇੱਕ ਵਾਰ ਫਿਰ ਤੋਂ ਪਲਟ ਗਈ ਸੀ। ਉਸਨੇ ਹੋਟਲ ਵਿੱਚ ਮੇਰੇ ਵਾਸਤੇ ਅਤੇ ਆਪਣੇ ਲਈ ਅਲੱਗ-ਅਲੱਗ ਕਮਰੇ ਬੁੱਕ ਕਰਵਾਏ ਸੀ। ਮੇਰੇ ਪੁੱਛਣ 'ਤੇ ਉਸਨੇ ਕ੍ਰੈਡਿਟ ਕਾਰਡ ਮੇਰੇ ਹੱਥ ਵਿੱਚ ਰੱਖ ਦਿੱਤਾ ਤੇ ਬੋਲੀ, ਮੈਂ ਦੁਬਈ ਵਿੱਚ ਕੁਝ ਜਾਣਨ ਆਈ ਹਾਂ। ਇਹ ਜਾਣਨ ਆਈ ਹਾਂ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਤੂੰ ਚਾਹੀਦਾ ਵੀ ਹੈ ਕਿ ਨਹੀਂ। ਕ੍ਰੈਡਿਟ ਕਾਰਡ ਤਾਂ ਸਿਰਫ ਇੱਕ ਰਿਸ਼ਵਤ ਸੀ, ਮੂੰਹ, ਅੱਖਾਂ, ਨੱਕ ਸਭ ਬੰਦ ਕਰਨ ਦੀ। ਮਾਹੀ ਦੁਬਈ ਵਿੱਚ ਉਸ ਲਫੰਗੇ ਨਾਲ ਘੁੰਮਦੀ ਰਹੀ ਜੋ ਮੈਂ ਉਸਦੇ ਨਾਲ ਉਸ ਪੀਜ਼ਾ ਹੱਟ ਵਿੱਚ ਦੇਖਿਆ ਸੀ। ਮੈਂ ਇਹ ਕੌੜਾ ਘੁੱਟ ਵੀ ਭਰ ਲਿਆ। 3-4 ਦਿਨ ਤਾਂ ਉਹ ਸਾਡੇ ਨਾਲ ਰਿਹਾ, ਪਰ ਫਿਰ ਮਾਹੀ ਨੇ ਉਸਨੂੰ ਵੀ ਦੁਤਕਾਰ ਦਿੱਤਾ। ਫਿਰ ਨਵੇਂ ਸਫ਼ਰ ਅਤੇ ਨਵੇਂ ਲੜਕੇ, ਤਕਰੀਬਨ 6 ਮਹੀਨੇ ਸਭ ਕੁਝ ਬਰਦਾਸ਼ਤ ਕਰਕੇ ਜਦੋਂ ਮੈਂ ਘਰ ਵਾਪਸ ਪਹੁੰਚਿਆ ਤਾਂ ਅੰਕਲ ਮੇਰੀ ਸ਼ਕਲ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਨੂੰ ਮੇਰੇ ਉੱਪਰ ਤਰਸ ਵੀ ਆਇਆ ਸੀ ਕਿ ਉਸ ਰਾਤ ਮੈਂ ਮਾਹੀ ਨਾਲ ਗੱਲ ਕਰਨ ਦਾ ਫੈਸਲਾ ਕਰ ਲਿਆ। ਮੈਂ ਸਾਫ਼-ਸਾਫ਼ ਪੁੱਛ ਲਿਆ ਸੀ ਕਿ ਮਾਹੀ, ਮੈਂ ਤੇਰੀ ਜ਼ਿੰਦਗੀ ਵਿੱਚ ਕੀ ਹੈਸੀਅਤ ਰੱਖਦਾ ਹਾਂ। ਉਸ ਦਾ ਜਵਾਬ ਕਾਫੀ ਕੜਵਾ ਸੀ। ਉਹ ਬੋਲੀ, ਸ਼ਮੀਰ, ਤੂੰ ਕਦੀ ਮੇਰੇ ਵਰਗੀਆਂ ਵਿਗੜੀਆਂ ਹੋਈਆਂ ਅਮੀਰਜ਼ਾਦੀਆਂ ਦੇ ਬਾਰੇ ਨਹੀਂ ਸੁਣਿਆ। ਅਸੀਂ ਅਮੀਰਜ਼ਾਦੀਆਂ ਇੱਕ ਗਰੀਬ ਜਿਹਾ ਲੜਕਾ ਚੁਣ ਕੇ ਉਸ ਦੇ ਨਾਲ ਵਿਆਹ ਕਰ ਲੈਂਦੀਆਂ ਹਾਂ। ਉਹ ਹੁੰਦਾ ਹੈ ਲਾਲਚੀ। ਉਸਨੂੰ ਜ਼ਿੰਦਗੀ 'ਚੋਂ ਜੋ ਚਾਹੀਦਾ ਹੁੰਦਾ ਹੈ, ਇੱਜ਼ਤ, ਦੌਲਤ, ਐਸ਼ੋ-ਆਰਾਮ, ਅਸੀਂ ਉਸਨੂੰ ਉਹ ਦੇ ਦਿੰਦੀਆਂ ਹਾਂ। ਵਿਆਹੇ ਹੋਣ ਦਾ ਟੈਗ ਲੱਗਣ ਤੋਂ ਬਾਅਦ ਸਾਨੂੰ ਮਨਮਾਨੀ ਕਰਨ ਦੀ ਆਜ਼ਾਦੀ ਮਿਲ ਜਾਂਦੀ ਹੈ ਤੇ ਜੋ ਸਾਡੇ ਪਤੀ ਹੁੰਦੇ ਹਨ ਉਹ ਬਸ ਨਾਮ ਦੇ ਹੀ ਪਤੀ ਰਹਿ ਜਾਂਦੇ ਹਨ। ਮੇਰੀ ਜ਼ਿੰਦਗੀ ਵਿੱਚ ਵੀ ਤੇਰਾ ਬਸ ਇਹੀ ਮੁਕਾਮ ਹੈ। ਸਾਡਾ ਵਿਆਹ ਸਿਰਫ ਮੇਰੀ ਅਜ਼ਾਇਸ਼ੀ ਦਾ ਪਰਵਾਨਾ ਹੈ। ਤੈਨੂੰ ਕੀ ਲੱਗਦਾ ਜੇ ਮੈਂ ਵਿਆਹੀ ਨਾ ਹੁੰਦੀ ਤਾਂ ਪਾਪਾ ਮੈਨੂੰ ਇੱਦਾਂ ਵਰਲਡ ਟੂਰ 'ਤੇ ਜਾਣ ਦਿੰਦੇ? ਨਹੀਂ ਨਾ। ਮੈਂ ਉੱਥੇ ਕਿੰਨੇ ਦੋਸਤ ਬਣਾਏ, ਪਰ ਤੂੰ ਉਫ ਤੱਕ ਨਾ ਕੀਤੀ। ਇਹ ਡਿਊਟੀ ਹੁਣ ਤੈਨੂੰ ਉਮਰ ਭਰ ਨਿਭਾਉਣੀ ਹੈ। ਮੈਂ ਮਾਹੀ ਦੀਆਂ ਗੱਲਾਂ ਸੁਣ ਕੇ ਚੁੱਪ ਕਰਕੇ ਬਾਹਰ ਆ ਗਿਆ ਸੀ। ਮਾਹੀ ਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸੀ। ਮੈਂ ਲਾਅਨ ਵਿੱਚ ਬੈਠ ਕੇ ਖਾਮੋਸ਼ੀ ਨਾਲ ਅੱਥਰੂ ਵਹਾ ਰਿਹਾ ਸੀ। ਮੈਨੂੰ ਜਦੋਂ ਅੰਕਲ ਦੀ ਆਵਾਜ਼ ਸੁਣਾਈ ਦਿੱਤੀ, ਬਰਖੁਰਦਾਰ, ਇੱਥੇ ਲਾਅਨ ਵਿੱਚ ਇਕੱਲੇ ਬੈਠ ਕੇ ਕੀ ਫਿਰ ਤੋਂ ਮਾਹੀ ਦੇ ਨਾਲ ਲੜਾਈ ਹੋਈ ਹੈ? ਉਹਨਾਂ ਦੀ ਗੱਲ ਸੁਣ ਕੇ ਮੈਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਫਿਰ ਇੱਦਾਂ ਹੀ ਰੋਂਦੇ ਕੁਰਲਾਉਂਦੇ ਨੇ ਅੰਕਲ ਨੂੰ ਮਾਹੀ ਦੇ ਬਾਰੇ ਸਭ ਕੁਝ ਦੱਸ ਦਿੱਤਾ ਸੀ। ਉਹ ਉਦਾਸੀ ਨਾਲ ਸਿਰ ਹਿਲਾਉਂਦੇ ਰਹੇ ਸੀ। ਫਿਰ ਬੋਲੇ ਕਿ ਮੇਰਾ ਝੁਕਿਆ ਸਿਰ ਸ਼ਰਮ ਨਾਲ ਹੋਰ ਝੁਕ ਗਿਆ ਸੀ। ਉਹ ਬੋਲੇ, ਤੂੰ ਹੀਰੇ ਦੀ ਤਲਾਸ਼ ਵਿੱਚ ਹੀਰਾ ਹੀ ਗਵਾ ਦਿੱਤਾ। ਤੂੰ ਤਾਂ ਕੋਇਲੇ ਨੂੰ ਹੀਰਾ ਸਮਝ ਬੈਠਾ ਸੀ, ਪਰ ਇੱਦਾਂ ਨਹੀਂ ਹੈ। ਉਹ ਵਾਕਈ ਸੱਚ ਕਹਿ ਰਹੇ ਸੀ। ਫਿਰ ਬੜੀ ਦੇਰ ਖਾਮੋਸ਼ ਰਹਿ ਕੇ ਬੋਲੇ, ਮਾਹੀ ਉਦੋਂ 4 ਸਾਲ ਦੀ ਸੀ ਜਦੋਂ ਉਸਦੀ ਮਾਂ ਇਸ ਦੁਨੀਆ ਵਿੱਚੋਂ ਚਲੀ ਗਈ ਸੀ। ਮਾਹੀ ਹਰ ਸਮੇਂ ਰੋਂਦੀ ਰਹਿੰਦੀ ਸੀ। ਮੈਂ ਅਤੇ ਸਨੀ ਨੇ ਉਸਨੂੰ ਇੰਨਾ ਪਿਆਰ ਦਿੱਤਾ ਕਿ ਕੋਈ ਹੱਦ ਨਹੀਂ। ਉਸਦੀ ਹਰ ਜਾਇਜ਼ ਨਾਜਾਇਜ਼ ਗੱਲ ਮੰਨੀ। ਫਿਰ ਕਿਤੇ ਜਾ ਕੇ ਮਾਂ ਦਾ ਦੁੱਖ ਦਿਲ ਵਿੱਚੋਂ ਕੱਢ ਪਾਈ ਸੀ, ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। ਉਸੇ ਲਾਡ ਪਿਆਰ ਵਿੱਚ ਉਹ ਸਾਡੇ ਹੱਥੋਂ ਨਿਕਲ ਗਈ ਸੀ। ਉਸਨੇ ਮੇਰੀ ਹਰ ਗੱਲ ਨੂੰ ਰੱਦ ਕਰਕੇ ਆਪਣੀ ਹੀ ਗੱਲ ਮੰਨੀ
ਤੇਰੇ ਨਾਲ ਵਿਆਹ ਵੀ ਤਾਂ ਉਸਨੇ ਮੇਰੇ ਨਾਲ ਟੱਕਰ ਲੈ ਕੇ ਹੀ ਕੀਤਾ ਸੀ, ਪਰ ਮੈਂ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਦੇਖੋ, ਜੇਕਰ ਤੂੰ ਉਸਦਾ ਸਾਥ ਕਬੂਲ ਹੀ ਕਰ ਲਿਆ ਹੈ ਤਾਂ ਇਹ ਸਭ ਬਰਦਾਸ਼ਤ ਕਰਨ ਦੇ ਲਈ ਤਿਆਰ ਹੋ ਜਾ ਬੇਟਾ, ਕਿਉਂਕਿ ਮਾਹੀ ਸੁਧਰਨ ਵਾਲਿਆਂ ਵਿੱਚੋਂ ਨਹੀਂ ਹੈ। ਮੈਨੂੰ ਪਤਾ ਹੈ ਕਿ ਅਮੀਰ ਲੜਕੀਆਂ ਕਾਫੀ ਵਿਗੜੀਆਂ ਹੋਈਆਂ ਹੁੰਦੀਆਂ ਨੇ, ਤਾਂ ਹੀ ਤਾਂ ਮੈਂ ਆਪਣੇ ਬੇਟੇ ਦਾ ਵਿਆਹ ਰੀਨਾ ਨਾਲ ਕਰ ਦਿੱਤਾ। ਹੁਣ ਦੇਖੋ ਨਾ, ਉਹ ਕਿੰਨਾ ਖੁਸ਼ ਹੈ। ਉਹਨਾਂ ਦੀ ਗੱਲ ਸੁਣ ਕੇ ਮੈਂ ਲੌਬੀ ਵੱਲ ਦੇਖਿਆ। ਉੱਥੇ ਰੀਨਾ ਮਲਿਕਾ ਬਣੀ ਬੈਠੀ ਸੀ। ਸਾਰਾ ਕੁਝ ਉਸਦੇ ਹੱਥ ਵਿੱਚ ਸੀ। ਉਸਨੇ ਆਪਣੀ ਚੰਗਿਆਈ ਨਾਲ ਸਾਰਿਆਂ ਨੂੰ ਆਪਣਾ ਬਣਾ ਲਿਆ ਸੀ। ਮੈਂ ਨਾ ਘਰ ਦਾ ਰਿਹਾ ਤੇ ਨਾ ਘਾਟ ਦਾ। ਮੇਰੇ ਵਿਆਹ ਨੂੰ ਸਾਲ ਹੋ ਗਿਆ ਸੀ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਮਾਹੀ ਦਾ ਸਲੂਕ ਹਜੇ ਵੀ ਉਦਾਂ ਦਾ ਹੀ ਹੈ। ਉਹ ਨਵੇਂ ਦੋਸਤ ਬਣਾਉਂਦੀ, ਉਹਨਾਂ ਦੇ ਨਾਲ ਘੁੰਮਦੀ ਫਿਰਦੀ, ਫਿਰ ਉਹਨਾਂ ਨੂੰ ਵੀ ਛੱਡ ਦਿੰਦੀ। ਕਦੇ ਮੇਰੇ ਨਾਲ ਹੱਸ ਕੇ ਗੱਲ ਕਰ ਲੈਂਦੀ, ਕਦੀ ਮੇਰੀ ਦੁਸ਼ਮਣ ਬਣ ਜਾਂਦੀ। ਮੈਂ ਇੱਕ ਫੈਸਲਾ ਕਰ ਲਿਆ ਸੀ। ਮੈਨੂੰ ਲੱਗਿਆ ਸੀ ਕਿ ਉਹ ਮੇਰੇ ਇਸ ਫੈਸਲੇ ਤੋਂ ਖੁਸ਼ ਹੋਵੇਗੀ, ਪਰ ਉਹ ਤਾਂ ਪਰੇਸ਼ਾਨ ਹੋ ਗਈ ਸੀ। ਉਸਨੇ ਮੈਨੂੰ ਫੈਸਲਾ ਬਦਲਣ ਨੂੰ ਕਿਹਾ, ਪਰ ਮੈਂ ਆਪਣੇ ਫੈਸਲੇ ਤੇ ਅਟਲ ਰਿਹਾ। ਮੈਂ ਉਸਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਤੈਨੂੰ ਤਲਾਕ ਦੇ ਕੇ ਇੱਥੋਂ ਚਲਾ ਜਾਵਾਂਗਾ। ਮਾਹੀ ਬੋਲੀ, ਤੈਨੂੰ ਕੀ ਪਰੇਸ਼ਾਨੀ ਹੈ? ਇਸ ਘਰ ਵਿੱਚ ਦੌਲਤ, ਨੌਕਰ ਚਾਕਰ ਸਭ ਕੁਝ ਤਾਂ ਹੈ। ਜਿੱਥੋਂ ਤੱਕ ਮੇਰੀ ਯਾਨੀ ਕਿ ਤੇਰੀ ਪਤਨੀ ਦੀ ਗੱਲ ਹੈ ਤੇ ਮੈਂ ਤੈਨੂੰ ਵਕਤ ਨਹੀਂ ਦਿੰਦੀ ਜਾਂ ਤੇਰੀ ਇੱਜ਼ਤ ਨਹੀਂ ਕਰਦੀ। ਤੂੰ ਔਰਤ ਨਾਲ ਵਿਆਹ ਕੀਤਾ ਹੀ ਕਦੋਂ ਹੈ? ਤੂੰ ਤਾਂ ਪੈਸੇ ਨਾਲ ਵਿਆਹ ਕੀਤਾ ਹੈ। ਜੇ ਤੈਨੂੰ ਔਰਤ ਚਾਹੀਦੀ ਹੁੰਦੀ ਤਾਂ ਤੂੰ ਰੀਨਾ ਨੂੰ ਕਦੀ ਵੀ ਤਲਾਕ ਨਾ ਦਿੰਦਾ ਤੇ ਮੇਰੇ ਭਰਾ ਦੀ ਤਰ੍ਹਾਂ ਖੁਸ਼ ਰਹਿੰਦੇ। ਕਿੰਨਾ ਸੱਚ ਬੋਲਿਆ ਸੀ ਉਸਨੇ। ਮੈਨੂੰ ਸੱਚ ਸੁਣ ਕੇ ਖੁਦ ਨਾਲੋਂ ਨਫ਼ਰਤ ਹੋ ਗਈ ਸੀ। ਮੈਂ ਮਾਹੀ ਦੀਆਂ ਮਿੰਨਤਾਂ ਤੋਂ ਬਾਅਦ ਵੀ ਉਸਨੂੰ ਤਲਾਕ ਦੇ ਦਿੱਤਾ ਸੀ। ਉਹ ਮੈਨੂੰ ਹਮੇਸ਼ਾ ਆਪਣੀ ਆਜ਼ਾਦੀ ਦਾ ਪਰਵਾਨਾ ਬਣਾ ਕੇ ਨਾਲ ਰੱਖਣਾ ਚਾਹੁੰਦੀ ਸੀ। ਉਸਨੇ ਮੈਨੂੰ ਆਪਣੀ ਜਾਇਦਾਦ ਵਿੱਚੋਂ ਫੁੱਟੀ ਕੌੜੀ ਵੀ ਨਹੀਂ ਦਿੱਤੀ ਸੀ। ਮੈਂ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਮਾਹੀ ਅੱਗੇ ਹੱਥ ਅੱਡਦਾ ਸੀ। ਉਧਰ ਰੀਨਾ ਨੇ ਇੱਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ। ਮੈਂ ਉਸਨੂੰ ਬੇਟੇ ਦੀ ਮੁਬਾਰਕਬਾਦ ਦੇ ਕੇ ਉਸ ਤੋਂ ਹੱਥ ਜੋੜ ਕੇ ਮਾफ़ੀ ਮੰਗਣ ਲੱਗ ਪਿਆ। ਉਸਨੇ ਮੈਨੂੰ ਮਾफ़ ਕਰ ਦਿੱਤਾ। ਮੈਂ ਉਹਨਾਂ ਦੀ ਨੌਕਰੀ ਵੀ ਛੱਡ ਦਿੱਤੀ ਸੀ ਤੇ ਆਪ ਹੁਣ ਛੋਟੀ-ਮੋਟੀ ਨੌਕਰੀ ਲੱਭ ਲਈ ਸੀ। ਮੇਰੀ ਮਾਂ ਨੂੰ ਵੀ ਹੁਣ ਸਬਕ ਮਿਲ ਹੀ ਗਿਆ ਸੀ। ਉਹ ਕਹਿੰਦੀ ਸੀ ਕਿ ਉਹ ਸੁੱਕੀ ਗਿੱਲੀ ਖਾ ਲਵੇਗੀ, ਬਸ ਮੇਰਾ ਬੱਚਾ ਮੇਰੀਆਂ ਅੱਖਾਂ ਦੇ ਸਾਹਮਣੇ ਰਵੇ। ਮੈਂ ਮਾਂ ਨੂੰ ਆਪਣੇ ਲਈ ਕਿਸੇ ਤਲਾਕਸ਼ੁਦਾ ਦਾ ਰਿਸ਼ਤਾ ਲੱਭਣ ਲਈ ਕਿਹਾ। ਮਾਂ ਨੂੰ ਇਤਰਾਜ਼ ਸੀ, ਪਰ ਮੇਰੇ ਮਜਬੂਰ ਕਰਨ ਤੇ ਉਹ ਮੰਨ ਹੀ ਗਈ। ਇੱਦਾਂ ਸਾਲ 2 ਸਾਲ ਬੱਚਿਆਂ ਸਮੇਤ ਸਾਡੇ ਘਰ ਦੁਲਹਨ ਬਣ ਕੇ ਆ ਗਈ ਸੀ ਸ਼ਾਲੂ। ਬਿਲਕੁਲ ਰੀਨਾ ਦੀ ਤਰ੍ਹਾਂ ਸੰਸਕਾਰੀ ਸੀ। ਮੈਂ ਸ਼ਾਲੂ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਦੇ ਸਿਰ ਤੇ ਹੱਥ ਰੱਖ ਦਿੱਤਾ ਸੀ। ਮੇਰੀ ਜ਼ਿੰਦਗੀ ਵਿੱਚੋਂ ਹੁਣ ਸਾਰੀਆਂ ਤਕਲੀਫਾਂ, ਦੁੱਖ ਖਤਮ ਹੋ ਚੁੱਕੇ ਸੀ। ਬਸ ਸਕੂਨ ਹੀ ਸਕੂਨ ਸੀ। ਸੋ ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ? ਅਗਰ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।